ਸਤਿ ਸ੍ਰੀ ਅਕਾਲ ਦੋਸਤੋ। ਅੱਜ ਮੈਂ ਤੁਹਾਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੁਸਤਕ ਵੈਲਕਮ ਲਾਈਫ ਸਵਾਗਤ ਜ਼ਿੰਦਗੀ ਕਲਾਸ 10th ਦਾ ਲਾਸਟ ਚੈਪਟਰ ਪਾਠ ਨੰਬਰ 10 ਸਮਝਾਉਣ ਜਾ ਰਿਹਾ ਹਾਂ। ਪਾਠ ਦਾ ਨਾਮ ਹੈ ਤਣਾਅ ਨਾਲ ਨਜਿੱਠਣਾ, ਸਟ੍ਰੈਸ ਮੈਨੇਜਮੈਂਟ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਪਾਠ ਦੇ ਨਾਮ ਦੇ ਅਰਥ ਦੱਸ ਦਿੰਦਾ ਹਾਂ। ਤਣਾਅ ਨਾਲ ਨਜਿੱਠਣਾ, ਸਟ੍ਰੈਸ ਮੈਨੇਜਮੈਂਟ ਭਾਵ ਆਪਣੀ ਚਿੰਤਾਵਾਂ ਤੋਂ ਕਿਵੇਂ ਛੁਟਕਾਰਾ ਪ੍ਰਾਪਤ ਕਰੀਏ। ਦੋਸਤੋ, ਸਾਨੂੰ ਜ਼ਿੰਦਗੀ ਵਿੱਚ ਅਨੇਕਾਂ ਪ੍ਰਕਾਰ ਦੀਆਂ ਚਿੰਤਾਵਾਂ, ਸਟ੍ਰੈਸ ਜਾਂ ਤਣਾਅ ਆਉਂਦੇ ਹਨ। ਇਹ ਸਾਡੇ ਲਈ ਬੜੇ ਨੁਕਸਾਨਦਾਇਕ ਸਿੱਧ ਹੁੰਦੇ ਹਨ, ਤਾਂ ਸਾਨੂੰ ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਤਾਂ ਇਸ ਪਾਠ ਵਿੱਚ ਅਸੀਂ ਇਹਨਾਂ ਤਣਾਅ ਦੀਆਂ ਗੱਲਾਂ ਤੋਂ ਕਿਵੇਂ ਬਚੀਏ ਦੀ ਗੱਲ ਕਰਾਂਗੇ। ਤਾਂ ਦੋਸਤੋ, ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਸ ਪਾਠ ਦੇ ਨਾਮ ਦੇ ਅਰਥਾਂ ਨੂੰ ਜਾਣ ਲਿਆ ਹੋਵੇਗਾ। ਹੁਣ ਮੈਂ ਤੁਹਾਨੂੰ ਇਸ ਪਾਠ ਦੀਆਂ ਐਕਟੀਵਿਟੀਜ਼, ਪ੍ਰਸ਼ਨ ਉੱਤਰ, ਖਾਲੀ ਸਥਾਨ ਅਤੇ ਇਸ ਪਾਠ ਦਾ ਸਾਰਾਂਸ਼ ਸਮਝਾਵਾਂਗਾ। ਤਾਂ ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੈ, ਇਹ ਤੁਹਾਡੀ ਬੁੱਕ ਦਾ ਆਖਰੀ ਚੈਪਟਰ ਹੈ। ਇਸ ਤੋਂ ਬਾਅਦ ਮੈਂ ਤੁਹਾਨੂੰ +2 ਕਲਾਸ ਦੀ ਸਵਾਗਤ ਜ਼ਿੰਦਗੀ ਦੀ ਪੁਸਤਕ ਅਤੇ ਹੋਰ ਕਲਾਸਾਂ ਦੀਆਂ ਪੁਸਤਕਾਂ ਵੀ ਹੱਲ ਕਰਵਾਵਾਂਗਾ। ਇਸ ਤੋਂ ਇਲਾਵਾ ਮੇਰੀ ਇੱਕ ਸੀਰੀਜ਼ ਚੱਲ ਰਹੀ ਹੈ, ਕੀ ਤੁਸੀਂ ਜਾਣਦੇ ਹੋ। ਉਸ ਵਿੱਚ ਮੈਂ ਰੋਜ਼ ਤੁਹਾਨੂੰ 10 ਪ੍ਰਸ਼ਨ ਜੀਕੇ ਦੇ ਪੜ੍ਹਾਉਂਦਾ ਹਾਂ। ਤਾਂ ਮੈਨੂੰ ਉਮੀਦ ਹੈ ਤੁਸੀਂ ਉਸ ਦੀ ਪੂਰੀ ਵੀਡੀਓ ਦੀ ਧਿਆਨ ਰੱਖੋਗੇ ਅਤੇ ਉਸ ਦਾ ਫਾਇਦਾ ਵੀ ਜ਼ਰੂਰ ਚੱਕੋਗੇ। ਤਾਂ ਦੋਸਤੋ, ਹੁਣ ਮੈਂ ਪਾਠ ਸ਼ੁਰੂ ਕਰਨ ਜਾ ਰਿਹਾ ਹਾਂ। ਭਾਗ ਊੜਾ, ਤਣਾਅ ਦੇ ਕਾਰਨ। ਕਾਜ਼ਜ਼ ਫॉर ਸਟ੍ਰੈਸ ਭਾਵ ਕੋਈ ਅਜਿਹੀ ਸਥਿਤੀ ਜੋ ਸਾਡੇ ਮਨ ਅਤੇ ਤਨ ਦੀ ਉਮੀਦ ਅਨੁਸਾਰ ਨਹੀਂ ਹੋ ਰਹੀ ਹੁੰਦੀ, ਉਹ ਹੀ ਤਣਾਅ ਜਾਂ ਸਟ੍ਰੈਸ ਅਖਵਾਉਂਦੀ ਹੈ। ਅਸੀਂ ਤਣਾਅ ਦੇ ਕਾਰਨ ਨੂੰ ਸਮਝ ਕੇ ਹੀ ਉਸ ਦਾ ਹੱਲ ਕਰ ਸਕਦੇ ਹਾਂ। ਤਣਾਅ ਦੇ ਅਨੇਕਾਂ ਕਾਰਨ ਹੁੰਦੇ ਹਨ, ਜੋ ਮੈਂ ਤੁਹਾਨੂੰ ਅੱਗੇ ਚੈਪਟਰ ਵਿੱਚ ਸਮਝਾਵਾਂਗਾ। ਤਾਂ ਦੋਸਤੋ, ਤਣਾਅ ਤੋਂ ਮੁਕਤ ਹੋਣ ਲਈ ਸਭ ਤੋਂ ਪਹਿਲਾਂ ਉਸ ਦਾ ਕਾਰਨ ਪਤਾ ਹੋਣਾ ਚਾਹੀਦਾ ਹੈ। ਜੇਕਰ ਸਾਨੂੰ ਕਾਰਨ ਪਤਾ ਹੋਵੇਗਾ ਤਾਂ ਹੀ ਅਸੀਂ ਉਸ ਦਾ ਹੱਲ ਕਰ ਸਕਦੇ ਹਾਂ। ਜਿਵੇਂ ਕਿ ਜੇਕਰ ਕਿਸੇ ਪੇੜ ਨੂੰ ਕੱਟਣਾ ਹੋਵੇ ਤਾਂ ਉਸ ਦੀਆਂ ਟਾਹਣੀਆਂ ਕੱਟਣ ਨਾਲ ਕੋਈ ਫਰਕ ਨਹੀਂ ਪੈਂਦਾ, ਸਗੋਂ ਸਾਨੂੰ ਉਸ ਦੀ ਜੜ ਕੱਟਣੀ ਪਵੇਗੀ। ਇਸੇ ਤਰ੍ਹਾਂ ਜਦੋਂ ਤੱਕ ਸਾਨੂੰ ਤਣਾਅ ਦਾ ਕਾਰਨ ਨਹੀਂ ਪਤਾ ਲੱਗਦਾ ਤਾਂ ਅਸੀਂ ਜਿੰਨੀ ਮਰਜ਼ੀ ਦਵਾਈਆਂ ਖਾਈਏ, ਜੋ ਮਰਜ਼ੀ ਕਰਦੇ ਰਹੀਏ, ਇਸ ਦਾ ਹੱਲ ਨਹੀਂ ਕੀਤਾ ਜਾ ਸਕਦਾ। ਭਾਗ ਨੰਬਰ 2, ਤਣਾਅ ਤੋਂ ਬਚਾਅ। ਤਣਾਅ ਸਾਡੇ ਜੀਵਨ ਦਾ ਕੁਦਰਤੀ ਵਰਤਾਰਾ ਹੈ, ਜਿਸ ਦੇ ਕਈ ਨਿੱਕੇ ਤੋਂ ਨਿੱਕੇ ਜਾਂ ਵੱਡੇ ਤੋਂ ਵੱਡੇ ਕਾਰਨ ਹੋ ਸਕਦੇ ਹਨ। ਜੇਕਰ ਅਸੀਂ ਤਣਾਅ ਨੂੰ ਪਹਿਚਾਣ ਕੇ ਸਹੀ ਦਿਸ਼ਾ ਦੇਣੀ ਸਿੱਖ ਲਈਏ ਤਾਂ ਅਸੀਂ ਤਣਾਅ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਬਚ ਸਕਦੇ ਹਾਂ। ਤਣਾਅ ਦੇ ਕਾਰਨ ਕਰਕੇ ਸਾਡੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ, ਥਕਾਵਟ ਤੇ ਸੁਸਤੀ ਮਹਿਸੂਸ ਹੁੰਦੀ ਹੈ, ਚਿੜਚਿੜਾਪਣ ਆ ਜਾਂਦਾ ਹੈ ਅਤੇ ਹੋਰ ਵੀ ਅਨੇਕ ਬਿਮਾਰੀਆਂ ਲੱਗ ਜਾਂਦੀਆਂ ਹਨ। ਤਾਂ ਦੋਸਤੋ, ਤੁਸੀਂ ਸਮਝ ਲਿਆ ਹੈ ਕਿ ਤਣਾਅ ਤੋਂ ਬਚਾਅ ਭਾਵ ਅਸੀਂ ਤਣਾਅ ਤੋਂ ਕਿਵੇਂ ਮੁਕਤ ਹੋ ਸਕਦੇ ਹਾਂ। ਜੇਕਰ ਅਸੀਂ ਇਸ ਤੋਂ ਨਹੀਂ ਮੁਕਤ ਹੋਵਾਂਗੇ ਤਾਂ ਅਨੇਕਾਂ ਬਿਮਾਰੀਆਂ ਨਾਲ ਪੀੜਤ ਹੋ ਜਾਵਾਂਗੇ। ਇਸ ਦੇ ਬਚਾਅ ਦੇ ਕਾਰਨ ਮੈਂ ਤੁਹਾਨੂੰ ਅੱਗੇ ਸਮਝਾਵਾਂਗਾ। ਤੀਜਾ ਭਾਗ, ਜੀਓ ਤੇ ਜੀਣ ਦਿਓ, ਲਿਵ ਐਂਡ ਲੈਟ ਲਿਵ ਭਾਵ ਕਿ ਸਾਨੂੰ ਕੇਵਲ ਆਪਣੀ ਜ਼ਿੰਦਗੀ ਹੀ ਨਹੀਂ ਬਚਾਉਣੀ ਚਾਹੀਦੀ, ਸਗੋਂ ਜੀਵ ਜੰਤੂਆਂ ਤੇ ਪੇੜ ਪੌਦਿਆਂ ਨੂੰ ਵੀ ਬਚਾਉਣਾ ਚਾਹੀਦਾ ਹੈ। ਧਰਤੀ ਤੇ ਮਨੁੱਖ, ਜੀਵ ਜੰਤੂ ਅਤੇ ਬਨਸਪਤੀ ਸਾਰੇ ਹੀ ਇੱਕ ਦੂਜੇ ਦੇ ਜਿਉਣ ਲਈ ਸਹਾਈ ਹਨ। ਜੇਕਰ ਅਸੀਂ ਚਾਹੁੰਦੇ ਹਾਂ ਕਿ ਕੁਦਰਤ ਦਾ ਸੰਤੁਲਨ ਬਰਕਰਾਰ ਰਹੇ ਤਾਂ ਸਾਨੂੰ ਹਰ ਸ਼ੈ ਭਾਵ ਹਰ ਵਸਤੂ ਦਾ ਧਿਆਨ ਰੱਖਣਾ ਚਾਹੀਦਾ ਹੈ। ਤਾਂ ਦੋਸਤੋ, ਇਸ ਦਾ ਭਾਵ ਇਹ ਹੈ ਕਿ ਸਾਨੂੰ ਜੀਵ ਜੰਤੂਆਂ ਨੂੰ, ਪੇੜ ਪੌਦਿਆਂ ਨੂੰ ਬਿਨਾਂ ਕਿਸੇ ਕਾਰਨ ਤੋਂ ਨਹੀਂ ਕੱਟਣਾ ਚਾਹੀਦਾ ਜਾਂ ਸਤਾਉਣਾ ਚਾਹੀਦਾ, ਨਾ ਹੀ ਕਿਸੇ ਜੀਵ ਜੰਤੂ ਨੂੰ ਮਾਰਨਾ ਚਾਹੀਦਾ ਹੈ। ਜਿਵੇਂ ਸਾਨੂੰ ਜਿਉਣ ਦਾ ਹੱਕ ਹੈ, ਇਸੇ ਤਰ੍ਹਾਂ ਕੁਦਰਤ ਦੀ ਹਰ ਇੱਕ ਸ਼ੈ ਨੂੰ ਜਿਉਣ ਦਾ ਪੂਰਾ ਹੱਕ ਹੈ ਤੇ ਕੁਦਰਤ ਨੇ ਸਾਰਿਆਂ ਨੂੰ ਇੱਕੋ ਸਮਾਨ ਜੀਵਨ ਦਿੱਤਾ ਹੈ। ਤਾਂ ਦੋਸਤੋ, ਮੈਨੂੰ ਉਮੀਦ ਹੈ ਜੀਓ ਤੇ ਜੀਣ ਦਿਓ ਤੁਸੀਂ ਸਮਝ ਗਏ ਹੋਵੋਗੇ। ਨੋਟ, 16 ਜਨਵਰੀ 2021 ਤੋਂ +2 ਦੀ ਸਵਾਗਤ ਜ਼ਿੰਦਗੀ ਪੁਸਤਕ ਸ਼ੁਰੂ ਕਰਵਾਉਣ ਜਾ ਰਿਹਾ ਹਾਂ। ਇਸ ਤੋਂ ਬਾਅਦ ਹਿਸਟਰੀ ਤੇ ਹੋਰ ਜਮਾਤਾਂ ਦੀ ਵੈਲਕਮ ਲਾਈਫ ਸ਼ੁਰੂ ਹੋਵੇਗੀ। ਤਾਂ ਦੋਸਤੋ, ਮੈਨੂੰ ਉਮੀਦ ਹੈ ਤੁਸੀਂ ਬਾਕੀ ਵੀਡੀਓਜ਼ ਨੂੰ ਵੀ ਪੂਰਾ ਪਿਆਰ ਤੇ ਸਹਿਯੋਗ ਦਿਓਗੇ। ਹੁਣ ਮੈਂ ਤੁਹਾਨੂੰ ਇਸ ਪਾਠ ਦੀ ਐਕਟੀਵਿਟੀਜ਼, ਪ੍ਰਸ਼ਨ ਉੱਤਰ ਸਭ ਕੁਝ ਸਮਝਾਵਾਂਗਾ। ਪਹਿਲੀ ਐਕਟੀਵਿਟੀ, ਤਣਾਅ ਦੇ ਕਾਰਨ ਵਿੱਚੋਂ। ਤਾਂ ਦੋਸਤੋ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਤਣਾਅ ਦੇ ਕਾਰਨ ਦੱਸ ਦਿੰਦਾ ਹਾਂ। ਘਰ, ਸਕੂਲ, ਗੁਆਂਢ ਦੇ ਹਾਲਾਤ ਸਾਡੇ ਤਣਾਅ ਦਾ ਕਾਰਨ ਬਣ ਜਾਂਦੇ ਹਨ। ਨੰਬਰ 2, ਸਾਥੀਆਂ ਵੱਲੋਂ ਸਾਡੇ ਕੱਦ ਛੋਟੇ ਬਾਰੇ, ਸਰੀਰ ਦੇ ਕਿਸੇ ਅੰਗ ਬਾਰੇ ਚਿੜਚਿੜਾਉਣ ਜਾਂ ਦੁਰਵਿਹਾਰ ਕਰਨ ਬਾਰੇ। ਤਾਂ ਦੋਸਤੋ, ਜਿਵੇਂ ਤੁਸੀਂ ਦੇਖਿਆ ਹੋਣਾ, ਵਿਦਿਆਰਥੀ ਆਪਸ ਵਿੱਚ ਇੱਕ ਦੂਜੇ ਦਾ ਮਜ਼ਾਕ ਉਡਾਉਂਦੇ ਹਨ, ਉਹਨਾਂ ਦੀ ਫਿਜ਼ੀਕਲ ਕਿਸੇ ਤਰ੍ਹਾਂ ਦੀ ਵੀ ਸਰੀਰਕ ਕਮੀ ਨੂੰ ਦੇਖ ਕੇ। ਇਸ ਦੇ ਕਾਰਨ ਵੀ ਸਾਡੇ ਅੰਦਰ ਤਣਾਅ ਪੈਦਾ ਹੋ ਜਾਂਦਾ ਹੈ। ਦੇਸ਼ ਦੇ ਹਾਲਾਤ ਜਾਂ ਵਿਸ਼ਵ ਦੇ ਹਾਲਾਤ, ਜਿਵੇਂ ਕਿ ਕੋਈ ਜੰਗ ਜਾਂ ਮਹਾਮਾਰੀ ਸ਼ੁਰੂ ਹੁੰਦੀ ਹੋਵੇ, ਉਹਨਾਂ ਨੂੰ ਵੇਖ ਕੇ ਸਾਡੀਆਂ ਵੱਧ ਇੱਛਾਵਾਂ ਕਾਰਨ ਹੋਰ ਵੀ ਅਨੇਕਾਂ ਹੀ ਕਾਰਨ ਹਨ, ਜਿਹੜੇ ਤੁਸੀਂ ਆਰਾਮ ਨਾਲ ਪੜ੍ਹ ਸਕਦੇ ਹੋ। ਤਾਂ ਕਿਰਿਆ ਨੰਬਰ 1, ਅਧਿਆਪਕ ਨੇ ਜਮਾਤ ਦੇ ਵਿਦਿਆਰਥੀਆਂ ਨੂੰ 2-2 ਮਿੰਟ ਲਈ ਵਾਤਾਵਰਣ ਬਾਰੇ ਕੋਈ ਗੀਤ, ਕਵਿਤਾ ਜਾਂ ਭਾਸ਼ਣ ਕਰਨ ਬਾਰੇ ਕਿਹਾ। ਕੁਝ ਵਿਦਿਆਰਥੀਆਂ ਨੇ ਅੱਗੇ ਆ ਕੇ ਬਹੁਤ ਵਧੀਆ ਪੇਸ਼ਕਾਰੀ ਕੀਤੀ। ਇਹ ਉਹਨਾਂ ਦੇ ਲਈ ਚੰਗਾ ਮੌਕਾ ਕਿ ਉਹ ਕੁਝ ਕਰਕੇ ਦਿਖਾਉਣ। ਇੱਥੇ ਬੱਚੇ ਆਪਣੀ ਆਪਣੀ ਐਕਟੀਵਿਟੀ ਕਰਕੇ ਦਿਖਾਉਣਗੇ ਅਤੇ ਆਪਣਾ ਹੌਸਲਾ ਵਧਾਉਣਗੇ। ਵਿਦਿਆਰਥੀਆਂ ਵੱਲੋਂ ਆਪਣੀ ਮਨੋਸਥਿਤੀ ਪ੍ਰਗਟ ਕਰਨ ਲਈ ਭਾਵ ਇੱਥੇ ਵਿਦਿਆਰਥੀ ਆਪਣੀ ਆਪਣੀ ਮਨੋਸਥਿਤੀ ਨੂੰ ਦੱਸੇਗਾ। ਉਹ ਇੱਕ ਚਾਰਟ ਬਣਾਵੇਗਾ ਅਤੇ ਉਸ ਵਿੱਚ ਲਿਖੇਗਾ ਕਿ ਉਹ ਜਦੋਂ ਬੋਲ ਰਿਹਾ ਸੀ ਤਾਂ ਉਸ ਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ ਸੀ, ਉਸ ਦੀ ਇੰਟਰਨਲ ਸਥਿਤੀ ਕਿਹੋ ਜਿਹੀ ਸੀ। ਜਿਵੇਂ ਕਿ ਇੱਥੇ ਮੈਂ ਆਪਣੀ ਸਮਝ ਨਾਲ ਭਰਿਆ ਹੈ, ਤੁਸੀਂ ਆਪਣੀ ਮਰਜ਼ੀ ਨਾਲ ਭਰ ਸਕਦੇ ਹੋ ਕਿ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋਇਆ ਸੀ। ਜਦੋਂ ਮੈਂ ਬੋਲਣ ਲਈ ਗਿਆ
ਤਾਂ ਮੈਨੂੰ ਥੋੜੀ ਘਬਰਾਹਟ ਮਹਿਸੂਸ ਹੋਈ, ਪਰ ਜਲਦੀ ਹੀ ਮੈਂ ਆਪਣੀ ਘਬਰਾਹਟ 'ਤੇ ਕਾਬੂ ਪਾ ਲਿਆ ਅਤੇ ਪੂਰੇ ਆਤਮ ਵਿਸ਼ਵਾਸ ਨਾਲ ਬੋਲਣਾ ਸ਼ੁਰੂ ਕਰ ਦਿੱਤਾ। ਸਾਰੇ ਅਧਿਆਪਕਾਂ ਅਤੇ ਬੱਚਿਆਂ ਨੇ ਤਾੜੀਆਂ ਵਜਾ ਕੇ ਮੇਰਾ ਹੌਸਲਾ ਵੀ ਵਧਾਇਆ। ਤਾਂ ਦੋਸਤੋ, ਇੱਥੇ ਤੁਸੀਂ ਆਪਣੀ ਸਮਝ ਦੇ ਨਾਲ ਆਪਣੀ ਸਥਿਤੀ ਬਿਆਨ ਕਰਨੀ ਹੈ, ਜ਼ਰੂਰੀ ਨਹੀਂ ਕਿ ਮੇਰੇ ਦੱਸੇ ਅਨੁਸਾਰ ਭਰਨਾ ਹੈ। ਤਾਂ ਕਿਰਿਆ ਨੰਬਰ 2, ਪਿਆਰੇ ਵਿਦਿਆਰਥੀਓ, ਤੁਹਾਡੇ ਸਾਹਮਣੇ ਹੇਠ ਲਿਖੀ ਇੱਕ ਸਥਿਤੀ ਹੈ, ਆਪਾਂ ਇਸ ਨੂੰ ਸਮਝਣਾ ਹੈ। ਮੰਨ ਲਓ ਕਿ ਕੱਲ ਤੁਹਾਡੀ ਪ੍ਰੀਖਿਆ ਹੈ, ਤੁਹਾਡਾ ਸਿਲੇਬਸ ਪੂਰਾ ਪੜ੍ਹਿਆ ਨਹੀਂ ਗਿਆ ਹੈ, ਦੁਹਰਾਈ ਵੀ ਨਹੀਂ ਹੋਈ ਹੈ, ਤੁਸੀਂ ਪ੍ਰੀਖਿਆ ਦੀ ਚਿੰਤਾ ਕਰਦੇ ਹੋ, ਇਸ ਕਰਕੇ ਤੁਸੀਂ ਦੇਰ ਰਾਤ ਤੱਕ ਪੜ੍ਹਦੇ ਹੋ, ਤੁਹਾਡਾ ਪੇਪਰ ਬਹੁਤ ਵਧੀਆ ਹੋ ਜਾਂਦਾ ਹੈ। ਉੱਪਰ ਲਿਖੀ ਸਥਿਤੀ ਪਹਿਲਾਂ ਤੁਹਾਡੇ ਲਈ ਤਣਾਅ ਵਾਲੀ ਸੀ, ਤੁਸੀਂ ਆਪਣੇ ਯਤਨ ਨਾਲ ਇਸ ਨੂੰ ਠੀਕ ਕਰਕੇ ਆਪਣੇ ਲਈ ਫਾਇਦੇਮੰਦ ਬਣਾ ਲਿਆ ਹੈ। ਇਸ ਤਰ੍ਹਾਂ ਤੁਹਾਡਾ ਕੀ ਯੋਗਦਾਨ ਹੈ, ਇਸ ਬਾਰੇ ਆਪਣੇ ਵਿਚਾਰ ਲਿਖੋ। ਤਾਂ ਦੋਸਤੋ, ਇਸੇ ਤੁਸੀਂ ਆਪਣੀ ਸਮਝ ਨਾਲ ਭਰਨਾ ਹੈ। ਦੇਖੋ, ਜਦੋਂ ਅਸੀਂ ਪਹਿਲਾਂ ਤਣਾਅ ਦੇ ਵਿੱਚ ਸੀ ਤਾਂ ਅਸੀਂ ਬਹੁਤ ਘਬਰਾਏ ਹੋਏ ਸੀ, ਪਰੰਤੂ ਅਸੀਂ ਆਪਣਾ ਹੌਸਲਾ ਕਰਕੇ ਆਪਣੀ ਉਸ ਤਣਾਅ ਵਾਲੀ ਸਥਿਤੀ ਤੋਂ ਬਾਹਰ ਆਏ। ਅਸੀਂ ਥੋੜੀ ਮਿਹਨਤ ਕੀਤੀ ਅਤੇ ਆਪਣੀ ਨੂੰ ਸਥਿਤੀ ਨੂੰ ਬਦਲ ਦਿੱਤਾ। ਭਾਵੇਂ ਅਸੀਂ ਮਿਹਨਤ 2 ਘੰਟੇ 3 ਘੰਟੇ ਲਈ ਹੀ ਕੀਤੀ ਹੈ, ਉਹ ਮਿਹਨਤ ਸਾਡੇ ਫਲ ਲਿਆਈ ਹੈ ਅਤੇ ਉਸ ਦੇ ਨਤੀਜੇ ਵਜੋਂ ਅਸੀਂ ਪਾਸ ਹੋ ਗਏ ਹਾਂ। ਤਾਂ ਇਸ ਦਾ ਜਵਾਬ ਆਉਂਦਾ ਜੀ, ਮੈਂ ਆਪਣੇ ਤਣਾਅ ਤੋਂ ਬਚਣ ਲਈ ਸਖਤ ਮਿਹਨਤ ਕੀਤੀ ਅਤੇ ਆਪਣੀ ਸਥਿਤੀ ਨੂੰ ਬਦਲ ਦਿੱਤਾ। ਅਗਲੇ ਭਾਗ ਵਿੱਚ ਤਣਾਅ ਦੇ ਪ੍ਰਭਾਵ ਦੱਸੇ ਗਏ ਹਨ। ਇਸ ਵਿੱਚੋਂ ਕੁਝ ਪ੍ਰਸ਼ਨ ਪੁੱਛੇ ਗਏ ਹਨ। ਪ੍ਰਸ਼ਨ ਨੰਬਰ 1, ਸਾਡੇ ਲਈ ਕਿਹੜਾ ਤਣਾਅ ਉਪਯੋਗੀ ਵੀ ਹੋ ਸਕਦਾ ਹੈ? ਤਾਂ ਉੱਤਰ, ਵਧੀਆ ਤਣਾਅ ਸਾਡੇ ਲਈ ਉਪਯੋਗੀ ਸਿੱਧ ਹੁੰਦਾ ਹੈ। ਜਿਵੇਂ ਕਿ ਮੰਨ ਲਓ ਬਾਹਰ ਬਹੁਤ ਠੰਡ ਹੈ ਅਤੇ ਕੋਈ ਪਾਲਤੂ ਜਾਨਵਰ ਬਾਹਰ ਬੈਠਾ ਹੈ, ਭਾਵ ਕਿ ਅਸੀਂ ਕੋਈ ਜਾਨਵਰ ਰੱਖਿਆ ਹੈ, ਕੋਈ ਕੁੱਤਾ ਬਿੱਲੀ, ਉਹ ਬਾਹਰ ਬੈਠਿਆ ਹੈ ਅਤੇ ਉਹ ਕੰਬ ਰਿਹਾ ਹੈ। ਅਸੀਂ ਅੰਦਰ ਕਮਰੇ ਵਿੱਚ ਬੈਠੇ ਹਾਂ ਅਤੇ ਅਚਾਨਕ ਸਾਨੂੰ ਯਾਦ ਆ ਜਾਂਦਾ ਹੈ ਕਿ ਸਾਡਾ ਜਾਨਵਰ ਬਾਹਰ ਰਹਿ ਗਿਆ ਅਤੇ ਉਹ ਠੰਡ ਨਾਲ ਕੰਬ ਰਿਹਾ ਹੈ। ਅਸੀਂ ਕਾਫੀ ਸਮਾਂ ਸੋਚਦੇ ਰਹਿੰਦੇ ਹਾਂ, ਸੋਚਦੇ ਅਸੀਂ ਉਸ ਦੀ ਫਿਕਰ ਕਰਨ ਲੱਗ ਜਾਂਦੇ ਹਾਂ। ਇਹ ਫਿਕਰ ਹੌਲੀ ਹੌਲੀ ਸਾਡੇ ਤਣਾਅ ਦਾ ਰੂਪ ਲੈ ਲੈਂਦੀ ਹੈ। ਫਿਰ ਅਸੀਂ ਬਾਹਰ ਜਾਂਦੇ ਹਾਂ ਅਤੇ ਉਸ ਲਈ ਉਚਿਤ ਥਾਂ ਦਾ ਪ੍ਰਬੰਧ ਕਰ ਦਿੰਦੇ ਹਾਂ। ਫਿਰ ਅਸੀਂ ਤਣਾਅ ਮੁਕਤ ਹੋ ਕੇ ਆਰਾਮ ਨਾਲ ਸੋ ਜਾਂਦੇ ਹਾਂ। ਤਾਂ ਦੋਸਤੋ, ਇਸ ਤਰ੍ਹਾਂ ਕਈ ਵਾਰ ਫਿਕਰ ਜੋ ਤਣਾਅ ਦਾ ਰੂਪ ਲੈ ਲੈਂਦੀ ਹੈ, ਉਹ ਸਾਡੇ ਲਈ ਫਾਇਦੇਮੰਦ ਵੀ ਸਾਬਤ ਹੋ ਜਾਂਦੀ ਹੈ। ਪ੍ਰਸ਼ਨ ਨੰਬਰ 2, ਜਦੋਂ ਤੁਸੀਂ ਤਣਾਅਗ੍ਰਸਤ ਹੁੰਦੇ ਹੋ ਤਾਂ ਸਰੀਰ ਦੇ ਬਾਹਰੀ ਤੇ ਅੰਦਰੂਨੀ ਹਿੱਸੇ ਵਿੱਚ ਕੀ ਤਬਦੀਲੀਆਂ ਮਹਿਸੂਸ ਕਰਦੇ ਹੋ? ਉੱਤਰ, ਸਰੀਰਕ ਅਤੇ ਮਾਨਸਿਕ ਸ਼ਕਤੀ ਕਮਜ਼ੋਰ ਹੁੰਦੀ ਹੈ, ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ, ਨੀਂਦ ਨਹੀਂ ਆਉਂਦੀ, ਪਸੀਨਾ ਆਉਂਦਾ ਹੈ, ਮੋਟਾਪਾ ਵੱਧਦਾ ਹੈ, ਸਿਰ ਦਰਦ ਹੁੰਦਾ ਹੈ, ਦਿਲ ਦਾ ਰੋਗ, ਸ਼ੂਗਰ ਦੀ ਬਿਮਾਰੀ ਆਦਿ ਅਨੇਕਾਂ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਪ੍ਰਸ਼ਨ ਨੰਬਰ 3, ਤਣਾਅਗ੍ਰਸਤ ਵਿਅਕਤੀ ਦਾ ਚਿਹਰਾ ਕਿਹੋ ਜਿਹਾ ਹੁੰਦਾ ਹੈ? ਉੱਤਰ, ਤਣਾਅਗ੍ਰਸਤ ਵਿਅਕਤੀ ਦਾ ਚਿਹਰਾ ਬਿਮਾਰਾਂ ਵਰਗਾ ਹੋ ਜਾਂਦਾ ਹੈ, ਚਿਹਰੇ ਦੀ ਰੌਣਕ ਖਤਮ ਹੋ ਜਾਂਦੀ ਹੈ ਅਤੇ ਚਿਹਰਾ ਉਤਰਿਆ ਭਾਵ ਮੁਰਝਾਇਆ ਹੋਇਆ ਲੱਗਦਾ ਹੈ। ਪ੍ਰਸ਼ਨ ਨੰਬਰ 4, ਤੁਹਾਡੇ ਲਈ ਕਿਹੜੀਆਂ ਗੱਲਾਂ ਤਣਾਅ ਦੇਣ ਵਾਲੀਆਂ ਹਨ? ਉੱਤਰ, ਸਮਾਂ ਸਾਰਣੀ ਅਨੁਸਾਰ ਨਾ ਪੜ੍ਹਨ ਕਰਕੇ ਪੇਪਰਾਂ ਦੇ ਦਿਨਾਂ ਵਿੱਚ ਤਣਾਅ ਆ ਜਾਂਦਾ ਹੈ, ਆਪਣੇ ਮਿੱਤਰ ਨਾਲੋਂ ਵੱਧ ਨੰਬਰ ਲੈਣ ਦਾ ਤਣਾਅ ਹੁੰਦਾ ਹੈ, ਕਾਪੀ ਪੂਰੀ ਨਾ ਹੋਣ 'ਤੇ ਕੰਮ ਕਿੱਥੋਂ ਯਾਦ ਕਰਾਂਗੇ, ਇਸ ਗੱਲ ਦਾ ਤਣਾਅ ਹੁੰਦਾ ਹੈ। ਤਾਂ ਦੋਸਤੋ, ਅਨੇਕਾਂ ਹੀ ਛੋਟੀਆਂ ਗੱਲਾਂ ਹੁੰਦੀਆਂ ਹਨ ਜੋ ਸਾਡੇ ਲਈ ਤਣਾਅ ਦਾ ਕਾਰਨ ਬਣ ਜਾਂਦੀਆਂ ਹਨ। ਤਾਂ ਇਸ ਭਾਗ ਦਾ ਸਾਰਾਂਸ਼ ਬਣਦਾ ਹੈ ਕਿ ਵਿਦਿਆਰਥੀਆਂ ਨੂੰ ਅਨੇਕਾਂ ਗੱਲਾਂ ਤੋਂ ਤਣਾਅ ਹੋ ਜਾਂਦਾ ਹੈ, ਪਰੰਤੂ ਸਾਨੂੰ ਉਸ ਤਣਾਅ ਨੂੰ ਆਪਣੇ ਅਧਿਆਪਕਾਂ ਨਾਲ ਜਾਂ ਆਪਣੇ ਵੱਡਿਆਂ ਦੀ ਸਲਾਹ ਨਾਲ ਦੂਰ ਕਰ ਲੈਣਾ ਚਾਹੀਦਾ ਹੈ। ਅਗਲੀ ਐਕਟੀਵਿਟੀ ਤਣਾਅ ਤੋਂ ਬਚਾਅ ਭਾਗ ਵਿੱਚੋਂ ਇਸ ਵਿੱਚ ਮੈਂ ਤੁਹਾਨੂੰ ਤਣਾਅ ਤੋਂ ਬਚਣ ਦੇ ਤਰੀਕੇ ਦੱਸਾਂਗਾ। ਵਿਦਿਆਰਥੀਆਂ ਵੱਲੋਂ ਆਪ ਕੀਤੀਆਂ ਜਾਣ ਵਾਲੀਆਂ ਕਿਰਿਆਵਾਂ, ਭਾਵ ਕਿ ਹੇਠ ਲਿਖੀਆਂ ਕਿਰਿਆਵਾਂ ਕਰਕੇ ਵਿਦਿਆਰਥੀ ਤਣਾਅ ਤੋਂ ਬਚ ਸਕਦੇ ਹਨ। ਜਿਵੇਂ ਕਿ ਕੁਝ ਕਿਰਿਆਵਾਂ ਹਨ ਜੋ ਅਧਿਆਪਕ ਕਰਵਾਏਗਾ, ਉਹ ਤੁਸੀਂ ਪਾਠ ਦੇ ਵਿੱਚੋਂ ਪੜ੍ਹ ਲੈਣੀਆਂ ਹਨ, ਪਰੰਤੂ ਕੁਝ ਅਜਿਹੀਆਂ ਕਿਰਿਆਵਾਂ ਹਨ ਜਿਸ ਨੂੰ ਵਿਦਿਆਰਥੀ ਖੁਦ ਕਰਕੇ ਤਣਾਅ ਤੋਂ ਬਚ ਸਕਦਾ ਹੈ ਜੀ। ਜਿਵੇਂ ਕਿ ਨੰਬਰ 1, ਸੈਰ ਜਾਂ ਯੋਗਾ ਕਰਨਾ। ਨੰਬਰ 2, ਸਰੀਰ ਲਈ ਠੀਕ ਮਾਤਰਾ ਵਿੱਚ ਸੰਤੁਲਿਤ ਭੋਜਨ ਕਰਨਾ। ਨੰਬਰ 3, ਆਪਣਾ ਸ਼ੌਂਕ ਜਿਵੇਂ ਕਿ ਪੇਂਟਿੰਗ ਲਿਖਣਾ, ਡਾਇਰੀ ਲਿਖਣਾ, ਗਾਉਣਾ, ਡਾਂਸ, ਖਾਣਾ ਬਣਾਉਣਾ ਆਦਿ ਲਈ ਰੋਜ਼ਾਨਾ ਸਮਾਂ ਦੇਣਾ। ਘਰ ਦੇ ਕੰਮਾਂ ਲਈ ਮਾਪਿਆਂ ਦਾ ਸਹਿਯੋਗ ਦੇਣਾ। ਇਸ ਤੋਂ ਇਲਾਵਾ ਘੱਟੋ ਘੱਟ 11 ਤਰੀਕੇ ਦੱਸੇ ਗਏ ਹਨ ਜਿਸ ਨਾਲ ਵਿਦਿਆਰਥੀ ਆਪਣੇ ਤਣਾਅ ਨੂੰ ਘੱਟ ਕਰ ਸਕਦਾ ਹੈ। ਮੈਨੂੰ ਉਮੀਦ ਹੈ ਤੁਸੀਂ ਸਾਰੇ ਪੜ੍ਹ ਲਓਗੇ ਅਤੇ ਚੰਗੀ ਤਰ੍ਹਾਂ ਸਮਝ ਲਓਗੇ। ਆਓ ਵਿਚਾਰ ਕਰੀਏ। ਨੰਬਰ 1, ਤਣਾਅ ਸਾਡੇ ਸਰੀਰ ਨੂੰ ਕੀ ਨੁਕਸਾਨ ਪਹੁੰਚਾਉਂਦਾ ਹੈ ਜੀ? ਅਨੇਕਾਂ ਨੁਕਸਾਨ ਹਨ ਜੀ ਤਣਾਅ ਦੇ। ਸਾਨੂੰ ਤਣਾਅ ਕਾਰਨ ਮੋਟਾਪਾ, ਸਿਰ ਦਰਦ, ਪੇਟ ਦਰਦ, ਸਾਹ ਦੀ ਤਕਲੀਫ, ਦਿਲ ਦੇ ਰੋਗ, ਸ਼ੂਗਰ ਅਤੇ ਹੋਰ ਅਨੇਕਾਂ ਹੀ ਬਿਮਾਰੀਆਂ ਲੱਗ ਜਾਂਦੀਆਂ ਹਨ। ਯਾਨੀ ਕਿ ਤਣਾਅ ਜਿਹੜਾ ਹੈਗਾ ਜੀ, ਉਹ ਸਾਡੇ ਸਰੀਰ ਵਿੱਚ ਇਹਨਾਂ ਬਿਮਾਰੀਆਂ ਦਾ ਕਾਰਨ ਬਣਦਾ ਹੈ ਜੀ। ਪ੍ਰਸ਼ਨ ਨੰਬਰ 2, ਤਣਾਅ ਨੂੰ ਠੀਕ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ? ਸੈਰ ਜਾਂ ਯੋਗਾ ਕਰ ਸਕਦੇ ਹਾਂ, ਸੰਤੁਲਿਤ ਭੋਜਨ ਖਾਣਾ, ਹਾਂ ਪੱਖੀ ਸੋਚ ਰੱਖਣੀ, ਭਾਵ ਕਿ ਪੋਜ਼ੀਟਿਵ ਥਿੰਕਿੰਗ, ਆਪਣੇ ਰਿਸ਼ਤੇਦਾਰਾਂ ਅਤੇ ਵੱਡਿਆਂ ਨਾਲ ਗੱਲਬਾਤ ਕਰਨਾ, ਭਾਵ ਕਿ ਜਦੋਂ ਅਸੀਂ ਤਣਾਅ ਦੇ ਵਿੱਚ ਆ ਜਾਂਦੇ ਹਾਂ, ਸਟ੍ਰੈਸ ਦੇ ਵਿੱਚ ਆ ਜਾਂਦੇ ਹਾਂ, ਤਾਂ ਸਾਨੂੰ ਆਪਣੇ ਤੋਂ ਵੱਡਿਆਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਆਪਣੇ ਤਣਾਅ ਦਾ ਹੱਲ ਲੱਭਣਾ ਚਾਹੀਦਾ ਹੈ। ਇਸ ਤੋਂ ਇਲਾਵਾ ਵੀ ਅਨੇਕਾਂ ਹੀ ਤਰੀਕੇ ਹਨ ਜੋ ਇਸ ਪਾਠ ਵਿੱਚ ਦੱਸੇ ਗਏ ਹਨ, ਤੁਸੀਂ ਚੰਗੀ ਤਰ੍ਹਾਂ ਪੜ੍ਹ ਲੈਣੇ ਹਨ। ਪ੍ਰਸ਼ਨ ਨੰਬਰ 3, ਦੂਜਿਆਂ ਨੂੰ ਤਣਾਅ ਮੁਕਤ ਰੱਖਣ ਲਈ ਅਸੀਂ ਕੀ ਕਰ ਸਕਦੇ ਹਾਂ? ਭਾਵ ਕਿ ਅਸੀਂ ਦੂਜਿਆਂ ਨੂੰ ਕਿਵੇਂ ਤਣਾਅ ਤੋਂ ਬਚਾ ਸਕਦੇ ਹਾਂ ਜੀ? ਉਹਨਾਂ ਨਾਲ ਹੱਸ ਕੇ ਮਿਲਣਾ, ਦੂਜਿਆਂ ਦੇ ਦਿਲ ਦੀ ਗੱਲ ਨੂੰ ਸੁਣਨਾ, ਲੋੜ ਪੈਣ 'ਤੇ ਉਹਨਾਂ ਦੀ ਮਦਦ ਕਰਨੀ, ਲੋੜ ਅਨੁਸਾਰ ਕਾਉਂਸਲਿੰਗ ਕਰਕੇ, ਹੌਸਲਾ ਵਧਾ ਕੇ, ਤਾਰੀਫ ਕਰਕੇ ਆਦਿ। ਇਸ ਤੋਂ ਇਲਾਵਾ ਵੀ ਬਹੁਤ ਤਰੀਕੇ ਹਨ, ਭਾਵ ਕਿ ਜਦੋਂ ਅਸੀਂ ਦੂਸਰੇ ਬੰਦੇ ਨੂੰ ਕਿਸੇ ਨੂੰ ਤਣਾਅ ਦੇ ਵਿੱਚ ਵੇਖਦੇ ਹਾਂ ਤਾਂ ਸਾਨੂੰ ਉਸ ਦੇ ਨਾਲ ਹੱਸ ਕੇ ਮੁਸਕਰਾ ਕੇ ਗੱਲਾਂ ਕਰਨੀਆਂ ਚਾਹੀਦੀਆਂ ਤਾਂ ਕਿ ਉਸ ਦੇ ਮਨ ਨੂੰ ਥੋੜ੍ਹਾ ਹੌਸਲਾ ਮਿਲੇ, ਉਸ ਦੀ ਕਾਉਂਸਲਿੰਗ ਕਰਨੀ ਚਾਹੀਦੀ ਹੈ ਜਾਂ ਫਿਰ ਹੋਰ ਕੋਈ ਵੀ ਤਰੀਕਾ ਜਿਸ ਨਾਲ ਉਸ ਦਾ ਤਣਾਅ ਦੂਰ ਹੋ ਸਕੇ ਸਾਨੂੰ ਅਪਣਾਉਣਾ ਚਾਹੀਦਾ ਹੈ। ਪ੍ਰਸ਼ਨ ਨੰਬਰ 4, ਕੀ ਤਣਾਅ ਸਾਡੇ ਲਈ ਉਪਯੋਗੀ ਵੀ ਹੋ ਸਕਦਾ ਹੈ? ਤਾਂ ਦੋਸਤੋ, ਕਈ ਵਾਰੀ ਤਣਾਅ ਸਾਡੇ ਲਈ ਉਪਯੋਗੀ ਸਾਬਤ ਹੋ ਜਾਂਦਾ ਹੈ। ਜਿਵੇਂ ਕਿ ਅਸੀਂ ਚਿੰਤਾ ਦੀ ਗੱਲ ਕਰਦੇ ਹਾਂ, ਚਿੰਤਾ ਵੀ ਕਈ ਵਾਰ ਸਾਡੇ ਲਈ ਲਾਭਦਾਇਕ ਹੁੰਦੀ ਹੈ। ਇਸੇ ਤਰ੍ਹਾਂ ਤਣਾਅ ਜਿਹੜਾ ਹੈਗਾ ਉਹ ਚਿੰਤਾ ਦਾ ਹੀ ਇੱਕ ਰੂਪ ਹੈ ਜੀ। ਕੁਝ ਹਾਲਾਤਾਂ ਵਿੱਚ ਤਣਾਅ ਉਪਯੋਗੀ ਸਿੱਧ ਹੁੰਦਾ ਹੈ, ਜਿਵੇਂ ਕਿ ਪੇਪਰਾਂ ਵਿੱਚ ਪਾਸ ਹੋਣ ਦੇ ਤਣਾਅ ਸਦਕਾ ਬੱਚੇ ਮਿਹਨਤ ਨਾਲ ਪੜ੍ਹਨਾ ਸ਼ੁਰੂ ਕਰ ਦਿੰਦੇ ਹਨ ਅਤੇ ਪਾਸ ਹੋ ਜਾਂਦੇ ਹਨ। ਤਾਂ ਦੋਸਤੋ, ਬੱਚੇ ਪੇਪਰਾਂ ਦੇ ਦਿਨਾਂ ਵਿੱਚ ਤਣਾਅ ਲੈਂਦੇ ਹਨ। ਪਹਿਲਾਂ ਤਾਂ ਉਹ ਮਸਤੀ ਦੇ ਨਾਲ ਖੇਡਦੇ ਰਹਿੰਦੇ ਹਨ, ਪੜ੍ਹਾਈ ਨਹੀਂ ਕਰਦੇ, ਪਰੰਤੂ ਜਿਵੇਂ ਐਗਜ਼ਾਮ ਨਜ਼ਦੀਕ ਆਉਂਦੇ ਹਨ, ਡੇਟ ਸ਼ੀਟ ਲਾਗੂ ਹੋ ਜਾਂਦੀ ਹੈ ਤਾਂ ਬੱਚੇ ਤਣਾਅ ਦੇ ਵਿੱਚ ਆ ਜਾਂਦੇ ਹਨ ਅਤੇ ਉਸ ਤਣਾਅ ਦੇ ਕਾਰਨ ਉਹ ਪੜ੍ਹਨਾ ਸ਼ੁਰੂ ਕਰ ਦਿੰਦੇ ਹਨ, ਜਿਸ ਦਾ ਫਾਇਦਾ ਇਹ ਮਿਲਦਾ ਹੈ ਕਿ ਉਹ ਪੇਪਰਾਂ ਵਿੱਚ ਪਾਸ ਹੋ ਜਾਂਦੇ ਹਨ। ਤਾਂ ਦੋਸਤੋ, ਤਣਾਅ ਦੇ ਵਿੱਚ ਸਾਨੂੰ ਬਿਲਕੁਲ ਵੀ ਪਰਵਾਹ ਨਹੀਂ ਕਰਨੀ ਚਾਹੀਦੀ, ਸਗੋਂ ਤਣਾਅ ਨੂੰ ਦੂਰ ਕਰਨਾ ਚਾਹੀਦਾ ਹੈ। ਅਗਲਾ ਭਾਗ, ਜੀਓ ਤੇ ਜੀਣ ਦਿਓ। ਸੂਰਜ, ਹਵਾ ਅਤੇ ਮਿੱਟੀ, ਪਾਣੀ
ਦੇ ਕੋਈ ਸ਼ੈ ਨਾ ਤੁੱਲ। ਭਰ ਭਰ ਦਾਤਾਂ ਵੰਡੀ ਜਾਂਦੇ, ਕਦੇ ਨਾ ਮੰਗਦੇ ਮੁੱਲ। ਪਰ ਬੰਦਾ ਖੁਦਗਰਜੀ ਖਾਤਰ ਕਰਦਾ ਕੀ ਪੁੱਲ। ਤਾਂ ਦੋਸਤੋ ਇਹਨਾਂ 3 ਲਾਈਨਾਂ ਦੇ ਵਿੱਚ ਜੀਓ ਤੇ ਜੀਣ ਦਿਓ ਦਾ ਸਾਰ ਸਾਹਮਣੇ ਆ ਜਾਂਦਾ ਹੈ। ਤੁਸੀਂ ਸਮਝ ਲਿਆ ਹੋਵੇਗਾ ਚੰਗੀ ਤਰ੍ਹਾਂ। ਕਿਰਿਆ ਨੰਬਰ 1, ਇਸ ਕਿਰਿਆ ਵਿੱਚ ਜੈਵਿਕ ਸੰਤੁਲਨ ਵਾਲਾ ਚਾਰਟ ਵੀ ਦਿਖਾਇਆ ਜਾ ਸਕਦਾ ਹੈ। ਇਸ ਕਿਰਿਆ ਵਿੱਚ ਅਧਿਆਪਕ ਸਾਰੀ ਜਮਾਤ ਨੂੰ, ਭਾਵ ਕਿ ਇੱਥੇ ਇੱਕ ਵਿਦਿਆਰਥੀ ਤੇ ਅਧਿਆਪਕ ਮਿਲ ਕੇ ਇੱਕ ਕਿਰਿਆ ਕਰਨਗੇ, ਜਿਸ ਵਿੱਚ ਕੁਝ ਵਿਦਿਆਰਥੀ ਪੇੜ ਦਾ ਰੋਲ ਯਾਨੀ ਕਿ ਦਰਖਤ ਬਣਨਗੇ, ਕੁਝ ਜਿਹੜੇ ਜੀਵ ਜੰਤੂ ਬਣਨਗੇ, ਕੁਝ ਉਹਨਾਂ ਦੇ ਫਲ ਖਾਣ ਦਾ ਆਨੰਦ ਮਾਣਨਗੇ, ਹਵਾ ਦਾ ਆਨੰਦ ਮਾਣਨਗੇ, ਤੇ ਥੋੜ੍ਹੀ ਸਮੇਂ ਬਾਅਦ ਜਿਹੜਾ ਹੈਗਾ ਉਸ ਰੁੱਖ ਨੂੰ ਕੱਟਦਾ ਹੋਇਆ ਵਿਖਾਇਆ ਜਾਵੇਗਾ। ਤੇ ਫਿਰ ਕੁਝ ਜਿਹੜੇ ਹੈਗੇ ਉਸ ਦਰਖਤ ਦੇ ਕਾਰਨ ਆਕਸੀਜਨ ਨਾ ਮਿਲਣ ਕਰਕੇ ਸਾਹ ਔਖਾ ਲੈਣ ਦੀ ਐਕਟਿੰਗ ਕਰਨਗੇ। ਇਸ ਤਰ੍ਹਾਂ ਬੱਚੇ ਕਿਰਿਆ ਰਾਹੀਂ ਰੁੱਖਾਂ ਅਤੇ ਉਹਨਾਂ ਦੀ ਜ਼ਰੂਰਤ ਨੂੰ ਪੇਸ਼ ਕਰ ਸਕਦੇ ਹਨ। ਅੱਗੇ ਅਭਿਆਸ ਦੇ ਵਿੱਚ ਪ੍ਰਸ਼ਨ ਨੰਬਰ 1, ਕੀ ਮਨੁੱਖ ਜੀਵ ਜੰਤੂਆਂ ਬਿਨਾਂ ਧਰਤੀ ਤੇ ਜਿਉਂਦਾ ਰਹਿ ਸਕਦਾ ਹੈ? ਬਿਲਕੁਲ ਨਹੀਂ ਜੀ, ਕਿਉਂਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਤੇ ਉਸ ਨੂੰ ਸਮਾਜ ਦੇ ਵਿੱਚ ਰਹਿਣਾ ਪੈਂਦਾ ਹੈ। ਨਹੀਂ, ਮਨੁੱਖ ਨੂੰ ਜੀਵਤ ਰਹਿਣ ਲਈ ਤਾਜ਼ੀ ਹਵਾ ਚਾਹੀਦੀ ਹੈ ਜੋ ਰੁੱਖਾਂ ਤੋਂ ਮਿਲਦੀ ਹੈ, ਭੋਜਨ ਚਾਹੀਦਾ ਹੈ ਜੋ ਜੀਵਾਂ ਅਤੇ ਪੌਦਿਆਂ ਤੋਂ ਪ੍ਰਾਪਤ ਹੁੰਦਾ ਹੈ। ਪ੍ਰਸ਼ਨ ਨੰਬਰ 2, ਕੁਦਰਤੀ ਬਨਸਪਤੀ ਨੂੰ ਨਸ਼ਟ ਕਰਕੇ ਕੀ ਨੁਕਸਾਨ ਹੋਵੇਗਾ? ਆਕਸੀਜਨ ਦੀ ਕਮੀ ਹੋ ਜਾਵੇਗੀ, ਤਾਜ਼ੇ ਤੇ ਹਰੇ ਭਰੇ ਫਲ ਫੁੱਲ ਸਬਜ਼ੀ ਆਦਿ ਦਾ ਖਾਤਮਾ ਹੋ ਜਾਵੇਗਾ, ਭਾਵ ਕਿ ਅਸੀਂ ਆਪਣੀ ਜ਼ਰੂਰਤ ਦਾ ਲਗਭਗ ਸਾਰੇ ਦਾ ਸਾਰਾ ਸਮਾਨ ਹੀ ਕੁਦਰਤ ਦੇ ਵਿੱਚੋਂ ਪ੍ਰਾਪਤ ਕਰਦੇ ਹਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ। ਤਾਂ ਇਸ ਕਰਕੇ ਕੁਦਰਤੀ ਬਨਸਪਤੀ ਦੇ ਨਸ਼ਟ ਹੋਣ ਨਾਲ ਮਨੁੱਖ ਨੂੰ ਜੀਣਾ ਮੁਸ਼ਕਲ ਹੋ ਜਾਵੇਗਾ ਤੇ ਸਾਨੂੰ ਨੁਕਸਾਨ ਹੀ ਨੁਕਸਾਨ ਹੋਏਗਾ, ਕੋਈ ਵੀ ਫਾਇਦਾ ਨਹੀਂ ਹੋਵੇਗਾ। ਤਾਂ ਦੋਸਤੋ, ਮੈਨੂੰ ਉਮੀਦ ਹੈ ਤੁਸੀਂ ਸਾਰਾ ਪਾਠ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ। ਹੋਰ ਵੀਡੀਓਜ਼ ਲਈ ਮੇਰੇ ਚੈਨਲ ਪਾਲ ਸਟੱਡੀ ਪੁਆਇੰਟ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ। ਤਾਂ ਦੋਸਤੋ, ਅੱਜ ਤੁਹਾਡਾ 10ਵੀਂ ਕਲਾਸ ਦਾ ਸਿਲੇਬਸ ਸਵਾਗਤ ਜ਼ਿੰਦਗੀ ਵੈਲਕਮ ਲਾਈਫ ਖਤਮ ਹੋ ਰਿਹਾ ਹੈ। ਅੱਜ ਤੋਂ ਤੁਹਾਡੀ +2 ਕਲਾਸ ਦੀ ਸਵਾਗਤ ਜ਼ਿੰਦਗੀ ਦੀ ਸੀਰੀਜ਼ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ ਮੇਰੀ ਇੱਕ ਜੀਕੇ ਦੀ ਲੜੀ ਚੱਲ ਰਹੀ ਹੈ, ਕੀ ਤੁਸੀਂ ਜਾਣਦੇ ਹੋ? ਇਸ ਤੋਂ ਇਲਾਵਾ ਹਿਸਟਰੀ ਦੀ ਲੜੀ ਚੱਲ ਰਹੀ ਹੈ। ਤਾਂ ਦੋਸਤੋ, ਮੈਨੂੰ ਉਮੀਦ ਹੈ ਤੁਸੀਂ ਉਹਨਾਂ ਵੀਡੀਓਜ਼ ਦਾ ਵੀ ਲਾਭ ਲੈ ਰਹੇ ਹੋਵੋਗੇ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਪਲੇਲਿਸਟ ਦੇ ਵਿੱਚ ਜਾਓ ਅਤੇ ਆਪਣੇ ਜ਼ਰੂਰਤ ਦੀਆਂ ਵੀਡੀਓਜ਼ ਨੂੰ ਪ੍ਰਾਪਤ ਕਰੋ। ਧੰਨਵਾਦ ਦੋਸਤੋ।